ਹੈਲਥ ਪਲਸ ਪ੍ਰੋਗਰਾਮ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਨਿਊਰੋ ਸਪਾਈਨ ਐਂਡ ਜਨਰਲ ਕਲੀਨਿਕ, ਜੋ ਕਿ ਨੀਅਰ ਇਨਕਮ ਟੈਕਸ ਕਲੋਨੀ ਬਸੰਤ ਵਿਹਾਰ ਰੋਡ ਜਲੰਧਰ ਵਿਖੇ ਸਥਿਤ ਹੈ। ਸਾਡੀ ਟੀਮ ਨੇ ਡਾਕਟਰ ਬਿਕਰਮਜੀਤ ਸਿੰਘ ਜੀ ਨਾਲ ਗੱਲਬਾਤ ਕੀਤੀ, ਜੋ ਕਿ MBBS MS MCH ਕੰਸਲਟੈਂਟ ਨਿਊਰੋ ਸਰਜਨ ਨੇ ਅਤੇ ਬ੍ਰੇਨ ਐਂਡ ਸਪਾਈਨ ਸਰਜਨ ਨੇ। ਸਾਡੀ ਟੀਮ ਨਾਲ ਗੱਲਬਾਤ ਕਰਦੇ ਹਾਂ ਡਾਕਟਰ ਬਿਕਰਮਜੀਤ ਸਿੰਘ ਜੀ ਨੇ ਨਿਊਰੋ ਸਪਾਈਨ ਦੇ ਨਾਲ ਰਿਲੇਟਡ ਪ੍ਰੋਬਲਮ ਅਤੇ ਉਸਦੇ ਨਿਵਾਰਨ ਬਾਰੇ ਸਾਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਹ ਹਸਪੀਟਲ ਮਰੀਜ਼ਾਂ ਲਈ ਇੱਕ ਵਰਦਾਨ ਹੈ। ਦੂਰੋਂ ਮਰੀਜ਼ ਇੱਥੇ ਪਹੁੰਚਦੇ ਹਨ ਅਤੇ ਆਪਣਾ ਇਲਾਜ ਕਰਵਾਉਂਦੇ ਹਨ। ਹਸਪੀਟਲ ਵਿਖੇ ਅੱਜ ਦੇ ਟਾਈਮ ਦੀ ਹਰ ਤਰੀਕੇ ਦੀ ਮਾਡਰਨ ਫੈਸਿਲਿਟੀ ਮੌਜੂਦ ਹੈ। ਡਾਕਟਰ ਬਿਕਰਮਜੀਤ ਸਿੰਘ ਜੀ ਦੇ ਨਾਲ ਡਾਕਟਰ ਨਵਨੀਤ ਕੌਰ ਜੀ, ਜੋ ਕਿ ਲੈਪਰੋਸਕੋਪਿਕ ਅਤੇ ਜਨਰਲ ਸਰਜਨ ਨੇ, ਉਹ ਵੀ ਇੱਥੇ ਆਪਣੀ ਸੇਵਾਵਾਂ ਦੇ ਰਹੇ ਨੇ। ਆਓ ਕਰਦੇ ਹਾਂ ਗੱਲਬਾਤ ਡਾਕਟਰ ਬਿਕਰਮਜੀਤ ਸਿੰਘ ਜੀ ਦੇ ਨਾਲ। ਦਰਸ਼ਕੋ, ਪੰਜਾਬ ਪਲਸ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਡਾਕਟਰ ਬਿਕਰਮਜੀਤ ਨਿਊਰੋ ਸਪਾਈਨ ਐਂਡ ਜਨਰਲ ਕਲੀਨਿਕ ਦੇ ਉੱਪਰ ਔਰ ਗੱਲ ਕਰ ਰਹੇ ਹਾਂ ਡਾਕਟਰ ਬਿਕਰਮਜੀਤ ਨਾਲ। ਬਿਕਰਮਜੀਤ, ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ। ਥੈਂਕ ਯੂ ਜੀ, ਥੈਂਕ ਯੂ। ਸਰ, ਕੀ ਕਹਿਣਾ ਚਾਹੋਗੇ ਕਿ ਅੱਜ ਦਾ ਜਿਹੜਾ ਯੁੱਗ ਹੈਗਾ ਦੌੜ ਭੱਜ ਦਾ, ਔਰ ਜਿਹਦੇ ਵਿੱਚ ਕੋਈ ਜ਼ਮਾਨਾ ਹੁੰਦਾ ਸੀਗਾ ਜਦੋਂ ਬੰਦੇ ਨੂੰ ਪੈਰਾਲਾਈਜ਼ ਹੋ ਜਾਂਦਾ ਸੀਗਾ ਅਤੇ ਉਹਨਾਂ ਨੂੰ ਲੱਗਦਾ ਸੀਗਾ ਕਿ ਐਂਡ ਸਟੇਜ ਹੈਗੀ ਆ, ਲੇਕਿਨ ਅੱਜ ਜਿਸ ਤਰੀਕੇ ਦੇ ਨਾਲ ਸਾਇੰਸ ਨੇ ਤਰੱਕੀ ਕੀਤੀ ਹੈ ਔਰ ਤੁਸੀਂ ਡਾਕਟਰਸ ਨੇ ਇਨੀਸ਼ੀਏਟਿਵ ਲਿੱਤਾ ਕਿ ਅਸੀਂ ਮੋਰਟੈਲਿਟੀ ਜਿਹੜੀ ਹੈਗੀ ਹੈ ਇਹਨਾਂ ਚੀਜ਼ਾਂ ਦੀ ਬੜੀ ਘਟਾਉਣੀ ਆ, ਉਹਨੂੰ ਲੈ ਕੇ ਅੱਜ ਉਹ ਪੇਸ਼ੈਂਟ ਜਿਹੜੇ ਪਹਿਲਾਂ ਇੱਦਾਂ ਲੱਗਦਾ ਹੁੰਦਾ ਸੀਗਾ ਵੀ ਇੱਕ ਵਾਰੀ ਅਧਰੰਗ ਹੋ ਗਿਆ ਜਾਂ ਇੱਕ ਵਾਰੀ ਪੈਰਾਲਾਈਜ਼ ਹੋ ਗਿਆ ਤਾਂ ਬਸ ਗਿਆ ਬੰਦਾ, ਅੱਜ ਉਹ ਪੇਸ਼ੈਂਟ ਵੀ ਸਰਵਾਈਵ ਕਰ ਰਹੇ ਨੇ ਔਰ ਵਧੀਆ ਲਾਈਫ ਲੀਡ ਕਰ ਰਹੇ। ਹਾਂਜੀ, ਬਿਲਕੁਲ ਤੁਸੀਂ ਸਹੀ ਕਿਹਾ। ਜਿਹੜਾ ਪੈਰਾਲਾਈਸਿਸ ਹੈ ਬੇਸਿਕਲੀ ਇਹ ਦੋ ਤਰ੍ਹਾਂ ਦਾ ਹੁੰਦਾ। ਇੱਕ ਤਾਂ ਨਾੜੀ ਬਲੌਕ ਹੋਣ ਕਰਕੇ ਹੁੰਦਾ, ਜਿਹਨੂੰ ਅਸੀਂ ਇਸਕੀਮਿਕ ਸਟ੍ਰੋਕ ਕਹਿੰਦੇ ਹਾਂ, ਅਤੇ ਇੱਕ ਨਾੜੀ ਫਟਣ ਕਰਕੇ ਹੁੰਦਾ, ਜਿਹਨੂੰ ਹੈਮਰੇਜਿਕ ਸਟ੍ਰੋਕ ਕਹਿੰਦੇ ਹਾਂ। ਖਾਸ ਕਰਕੇ ਇਸਕੀਮਿਕ ਸਟ੍ਰੋਕ ਦੀ ਮੈਨੇਜਮੈਂਟ ਦੇ ਵਿੱਚ ਬੜੀ ਤਰੱਕੀ ਆਈ ਹੈ। ਜਿਹੜਾ ਇਸਕੀਮਿਕ ਸਟ੍ਰੋਕ ਹੈ ਜਨਰਲੀ ਨਾ ਫਸਟ ਟਾਈਮ ਇੱਕ ਮਾਈਨਰ ਅਟੈਕ ਹੁੰਦਾ ਅਤੇ ਨਾਰਮਲੀ ਅਸੀਂ ਉਸੇ ਸਟੇਜ 'ਤੇ ਪਿਕ ਕਰਕੇ ਉਹਦਾ ਕਾਰਨ ਲੱਭ ਕੇ ਜਾਂ ਉਹ ਮੈਡੀਸਨ ਦੇ ਕੇ ਉਹਨੂੰ ਟਰੀਟ ਕਰ ਦਿੰਦੇ ਹਾਂ, ਤਾਂ ਕਿ ਪੇਸ਼ੈਂਟ ਫਿਰ ਫਿਊਚਰ ਮੇਜਰ ਅਟੈਕ ਤੋਂ ਬਚ ਜਾਂਦਾ ਹੈ ਅਤੇ ਈਵਨ ਉਹਦਾ ਡੈਫਿਸਿਟ ਵੀ ਬਹੁਤ ਕੰਮ ਹੋ ਜਾਂਦਾ ਹੈ। ਅਤੇ ਕੁਝ ਟੀਕੇ ਵੀ ਆਏ ਆ, ਖਾਸ ਕਰਕੇ 3 ਘੰਟੇ ਦੇ ਅੰਦਰ ਲੱਗਣ ਵਾਲਾ ਇੱਕ ਟੀਕਾ ਵੀ ਆਇਆ, ਜਿਹਦੇ ਨਾਲ ਬਲੌਕ ਨਾੜ ਖੁੱਲ੍ਹ ਜਾਂਦੀ ਹੈ ਅਤੇ 50 ਤੋਂ 60% ਜਿਹੜੇ ਲੋਕ ਹੈ ਬਿਲਕੁਲ ਠੀਕ ਹੋ ਜਾਂਦੇ ਆ। ਅਤੇ ਮਾਈਨਰ ਸਟੇਜ 'ਤੇ ਫਿਰ ਅਸੀਂ ਟੈਸਟ ਕਰਕੇ ਅੱਗੇ ਜਿਹੜੀ ਸਟੇਜ ਆ ਉਹਨਾਂ ਨੂੰ ਜਨਰਲੀ ਰੋਕ ਲੈਂਦੇ ਹਾਂ। ਇਸ ਤਰ੍ਹਾਂ ਹੀ ਜਿਹੜਾ ਨਾੜ ਫਟਣ ਵਾਲਾ ਅਟੈਕ ਹੈ ਉਹਦੇ ਵਿੱਚ ਵੀ ਜੇ ਪੇਸ਼ੈਂਟ ਟਾਈਮਲੀ ਪਹੁੰਚ ਜਾਏ ਤਾਂ ਅਸੀਂ ਜਿਹੜਾ ਕਲੌਟ ਵਗੈਰਾ ਕੱਢ ਕੇ ਕਈ ਵਾਰ ਉਹਦੀ ਜਿਹੜੀ ਲਾਈਫ ਹੈ ਉਹ ਮੱਚ ਬੈਟਰ ਕਰ ਦਿੰਦੇ ਹਾਂ ਪਹਿਲਾਂ ਨੂੰ। ਐਂਡ ਸਰ, ਕੀ ਕਹਿਣਾ ਚਾਹੋਗੇ ਕਿ ਕਿਸੇ ਜ਼ਮਾਨੇ ਦੇ ਵਿੱਚ ਜਦੋਂ ਬ੍ਰੇਨ ਹੈਮਰੇਜ ਜਾਂ ਜਦੋਂ ਬ੍ਰੇਨ ਦਾ ਟਿਊਮਰ ਹੋ ਗਏ ਸੀਗੇ ਅਤੇ ਲੋਕ ਜਿਹੜੇ ਹੈਗੇ ਆ ਉਦੋਂ ਵੀ ਉਹਦੀ ਮਤਲਬ ਉਲਟੀ ਗਿਣਤੀ ਸ਼ੁਰੂ ਹੋ ਜਾਂਦੀ ਸੀ, ਜ਼ਿੰਦਗੀ ਦੀ ਵੀ ਖਤਮ ਹੋ ਗਿਆ ਬੰਦਾ, ਔਰ ਉਹਦੇ 'ਚ ਵੀ ਅੱਜ ਬ੍ਰੇਨ ਟਿਊਮਰਸ ਦੇ ਲਈ, ਬ੍ਰੇਨ ਹੈਮਰੇਜ ਦੇ ਲਈ ਜਿੱਦਾਂ ਤੁਸੀਂ ਕਿਹਾ, ਉਹਨਾਂ ਦੇ ਲਈ ਵੀ ਉਹੋ ਜਿਹੀ ਸਟੇਜ ਵਾਲੇ ਜਿਹੜੇ ਪੇਸ਼ੈਂਟ ਹੈਗੇ ਆ ਉਹਨਾਂ ਦੇ ਲਈ ਵੀ ਕੋਈ ਅਗਰ ਪਰਮਾਤਮਾ ਦੀ ਨਾਲ ਕਿਰਪਾ ਹੋਵੇ ਤਾਂ ਉਹ ਜਿਹੜੇ ਹੈਗੇ ਆ ਸਰਵਾਈਵ ਹੋ ਰਹੇ। ਬਿਲਕੁਲ ਜੀ, ਇਹ ਖਾਸ ਕਰਕੇ ਪਿਛਲੇ ਕਹਿ ਸਕਦੇ ਹੋ 50-60 ਸਾਲਾਂ ਤੋਂ ਇਹ ਰੈਵੋਲੂਸ਼ਨ ਆਈ ਹੈ ਅਤੇ ਗਾਜੀ ਯਾਸਿਰ ਗਿੱਲ ਸੀਗੇ ਜਿਨ੍ਹਾਂ ਨੇ ਰੈਵੋਲੂਸ਼ਨ ਲਿਆਂਦੀ ਹੈ। ਬੇਸਿਕਲੀ ਪਹਿਲਾਂ ਨਿਊਰੋ ਸਰਜਰੀ ਇੱਦਾਂ ਹੀ ਕਰਦੇ ਸੀ, ਬਟ ਹੁਣ ਮਾਈਕਰੋਸਕੋਪ ਦੀ ਹੈਲਪ ਨਾਲ ਨਿਊਰੋ ਸਰਜਰੀ ਹੁੰਦੀ ਹੈ। ਮਾਈਕਰੋਸਕੋਪ ਇੱਕ ਐਸਾ ਯੰਤਰ ਹੈ ਜਿਹੜਾ ਛੋਟੀਆਂ ਚੀਜ਼ਾਂ ਨੂੰ ਵੱਡਾ ਕਰਕੇ ਦਿਖਾਉਂਦਾ, ਅਤੇ ਤੁਹਾਨੂੰ ਪਤਾ ਹੀ ਹੈ ਜਿਹੜੀਆਂ ਦਿਮਾਗ ਦੀਆਂ ਨਾੜਾਂ ਨੇ ਜਾਂ ਦਿਮਾਗ ਦੀਆਂ ਬਾਕੀ ਕੋਸ਼ਿਕਾਵਾਂ ਨੇ ਉਹ ਬੜੀਆਂ ਬਰੀਕ ਹੁੰਦੀਆਂ ਨੇ, ਅਤੇ ਹੁਣ ਅਸੀਂ ਮਾਈਕਰੋਸਕੋਪ ਦੀ ਹੈਲਪ ਦੇ ਨਾਲ ਉਹ ਬਿਲਕੁਲ ਦੇਖ ਲੈਂਦੇ ਹਾਂ ਅਤੇ ਅਲੱਗ ਕਰਕੇ ਸਿਰਫ ਟਿਊਮਰ ਨਿਕਾਲਦੇ ਹਾਂ, ਅਤੇ ਜਿਹੜਾ ਨਾਰਮਲ ਬ੍ਰੇਨ ਆ ਉਹਨੂੰ ਜਿਹੜਾ ਡੈਮੇਜ ਆ ਉਹ ਮਿਨੀਮਮ ਹੋ ਗਿਆ। ਅਤੇ ਸੈਕਿੰਡ ਚੀਜ਼ ਜਿਹਨੇ ਰੈਵੋਲੂਸ਼ਨ ਲਿਆਂਦੀ ਹੈ ਬ੍ਰੇਨ ਐਂਡ ਸਪਾਈਨ ਦੀ ਪ੍ਰੋਬਲਮ ਦੇ ਵਿੱਚ, ਉਹ ਕਿਤੇ ਨਾ ਕਿਤੇ ਟੈਸਟ ਹੈ। ਪਹਿਲਾਂ ਕੋਈ ਖਾਸ ਟੈਸਟ ਨਹੀਂ ਹੁੰਦੇ ਸੀ ਅਤੇ ਅੰਦਾਜ਼ੇ ਨਾਲ ਹੀ ਆਪਰੇਸ਼ਨ ਕਰਦੇ ਸੀ। ਅੱਜ ਦੀ ਡੇਟ ਦੇ ਵਿੱਚ CT ਸਕੈਨ ਜਾਂ MRI ਵਰਗੇ ਇਹੋ ਜਿਹੇ ਟੈਸਟ ਆ ਗਏ ਜਿਹੜੇ ਸਾਨੂੰ ਈਵਨ 1 ਮਿਲੀਮੀਟਰ ਦੀ ਐਕੂਰੇਸੀ ਤੱਕ ਦੱਸ ਦਿੰਦੇ ਆ ਵੀ ਟਿਊਮਰ ਇੱਥੇ ਪਿਆ। ਅਤੇ ਈਵਨ ਨਿਊਰੋ ਨੈਵੀਗੇਸ਼ਨ ਵਰਗੀਆਂ ਟੈਕਨੀਕਸ ਆ ਗਈਆਂ ਜਿਹਦੇ ਨਾਲ ਅਸੀਂ ਐਗਜ਼ੈਕਟਲੀ ਜਿਹੜਾ ਹੈ ਟਿਊਮਰ ਵਾਲੀ ਜਗ੍ਹਾ 'ਤੇ ਪਹੁੰਚ ਕੇ ਜਿਹੜਾ ਮਰੀਜ਼ ਦਾ ਵਧੀਆ ਇਲਾਜ ਕਰਦੇ ਹਾਂ। ਮਤਲਬ ਕਹਿਣ ਦਾ ਮਤਲਬ ਹੈ ਵੀ ਪਹਿਲਾਂ ਜਦੋਂ ਇਹ ਟੈਕਨੀਕਸ ਨਹੀਂ ਸੀ ਤਾਂ ਟਿਊਮਰ ਕੱਢਦੇ ਜਿਹੜਾ ਆਸ-ਪਾਸੇ ਦਾ ਬ੍ਰੇਨ ਆ ਉਹਨੂੰ ਵੀ ਕਾਫੀ ਨੁਕਸਾਨ ਹੋ ਜਾਂਦਾ ਸੀ, ਬਟ ਅੱਜ ਦੀ ਡੇਟ 'ਚ ਇਹਨਾਂ ਚੀਜ਼ਾਂ 'ਚ ਇੰਨੀ ਐਕੂਰੇਸੀ ਹੈ ਕਿ ਆਪਾਂ ਟਿਊਮਰ ਕੱਢਦੇ ਹਾਂ ਅਤੇ ਆਸੇ-ਪਾਸੇ ਦੇ ਬ੍ਰੇਨ ਨੂੰ ਨੁਕਸਾਨ ਨਹੀਂ ਕਰਦੇ, ਇਸ ਕਰਕੇ ਜਿਹੜੀ ਆਊਟਕਮ ਹੈ ਉਹ ਬੈਟਰ ਹੋ ਗਈ ਹੈ। ਬਿਕਰਮ ਜੀ, ਜਿਸ ਤਰੀਕੇ ਦੇ ਨਾਲ ਤੁਹਾਡਾ ਲੰਬਾ ਤਜਰਬਾ ਜਿਹੜਾ ਹੈਗਾ ਸੈਕਰਡ ਹਾਰਟ 'ਚ ਹੈ, ਉਹ ਇੱਕ ਐਸਾ ਹਸਪੀਟਲ ਜਿੱਥੇ ਬਹੁਤ ਹੀ ਫਲੋ ਰਹਿੰਦੀ ਹੈ ਪੇਸ਼ੈਂਟਸ ਦੀ, ਔਰ ਨਿਊਰੋ ਦੇ ਜਿੰਨੇ ਵੀ ਐਮਰਜੈਂਸੀਜ਼ ਹੈਗੀਆਂ ਉਹ ਬਹੁਤ ਜ਼ਿਆਦਾ ਉੱਥੇ ਆਉਂਦੀਆਂ, ਔਰ ਉਹਦੇ ਕਾਰਨ ਵੀ ਜਿਹੜਾ ਤੁਹਾਡਾ ਲੰਬਾ ਐਕਸਪੀਰੀਅੰਸ ਜਿਹੜਾ ਹੋ ਚੁੱਕਿਆ ਉਹਦੇ ਨਾਲ ਵੀ ਜਿਹੜਾ ਕਾਫੀ ਸਫਾਈ ਤੁਹਾਡੇ ਹੱਥ ਵਿੱਚ ਆ ਚੁੱਕੀ ਆ, ਔਰ ਨਈ ਮਸ਼ੀਨਰੀ ਯੂਜ਼ ਕਰਕੇ ਤੁਸੀਂ ਹਰ ਚੀਜ਼ ਤੋਂ ਪਰਿਪੱਕ ਹੋ ਕਿ ਕੋਈ ਵੀ ਪੇਸ਼ੈਂਟ ਅਗਰ ਸਮੇਂ ਰਹਿੰਦੇ ਇਸ ਹਸਪੀਟਲ ਦੇ ਵਿੱਚ ਪਹੁੰਚ ਜਾਂਦਾ ਹੈਗਾ ਡਾਕਟਰ ਬਿਕਰਮ ਦੇ ਨਿਊਰੋ ਸਪਾਈਨ ਅਤੇ ਜਰਨਲ ਦੇ ਵਿੱਚ, ਤਾਂ ਉਹਨੂੰ ਥੋੜ੍ਹਾ ਜਿਹਾ ਚਾਂਸ ਹੋ ਜਾਂਦਾ ਲਾਈਫ ਦਾ, ਕਿਉਂਕਿ ਟਾਈਮ ਇਜ਼ ਅ ਮਸਲ, ਔਰ ਟਾਈਮ 'ਤੇ ਅਗਰ ਪਹੁੰਚ ਜਾਂਦਾ ਤਾਂ ਉਹ ਇੱਕ ਪੋਜ਼ਿਟਿਵ ਵਿੱਚ। ਬਿਲਕੁਲ ਠੀਕ ਹੈ, ਜਿਵੇਂ ਟਾਈਮ ਇਜ਼ ਮਸਲ ਕਾਰਡੀਓ 'ਚ ਕਹਿੰਦੇ ਆ, ਐਂਡ ਟਾਈਮ ਇਜ਼ ਬ੍ਰੇਨ ਅਸੀਂ ਨਿਊਰੋ 'ਚ ਕਹਿੰਦੇ ਹਾਂ। ਅਤੇ ਜਿੱਥੋਂ ਤੱਕ ਸੈਕਰਡ ਹਾਰਟ ਦਾ ਸਵਾਲ ਹੈ, ਤੁਹਾਨੂੰ ਪਤਾ ਹੀ ਹੈ ਵੀ ਉਹ 40 ਸਾਲ ਪੁਰਾਣਾ ਸ਼ਹਿਰ ਦਾ ਸਭ ਤੋਂ ਵੱਡਾ ਹਸਪਤਾਲ ਹੈ, ਅਤੇ ਉੱਥੇ ਲਗਭਗ ਸਾਨੂੰ ਹਰ ਤਰ੍ਹਾਂ ਦੀ ਜਿਹੜੀ ਲੇਟੈਸਟ ਟੈਕਨੋਲੋਜੀ ਉਹ ਅਸੀਂ ਮੈਨੇਜਮੈਂਟ ਦੇ ਥੈਂਕਫੁਲ ਹਾਂ ਕਿ ਉਹਨਾਂ ਨੇ ਪ੍ਰੋਵਾਈਡ ਕੀਤੀ ਹੋਈ ਹੈ। ਅਤੇ ਓਬਵੀਅਸ ਦੀ ਗੱਲ ਹੈ ਪਿਛਲੇ 8-9 ਸਾਲ ਤੋਂ ਮੈਂ ਉਸ ਹਸਪਤਾਲ ਨਾਲ ਜੁੜਿਆ ਹੋਇਆ ਅਤੇ ਹਜ਼ਾਰਾਂ ਤੋਂ ਜ਼ਿਆਦਾ ਪੇਸ਼ੈਂਟ ਦਾ ਆਪਾਂ ਟਰੀਟਮੈਂਟ ਕਰ ਚੁੱਕੇ ਹਾਂ ਬਹੁਤ ਹੀ ਅੱਛੇ ਰਿਜ਼ਲਟਸ ਨਾਲ। ਅਤੇ ਹੁਣ ਆਪਾਂ ਪੇਸ਼ੈਂਟ ਦੀ ਸਹੂਲਤ ਲਈ
ਸੈਕਰਡ ਹਾਰਟ ਦੇ ਨਾਲ ਮੈਂ ਆਪਣਾ ਈਵਨਿੰਗ ਕਲੀਨਿਕ ਵੀ ਕੀਤਾ ਹੈ, ਕਿਉਂਕਿ ਬਹੁਤ ਸਾਰੇ ਪੇਸ਼ੈਂਟ ਉਹਨਾਂ ਦੀ ਕੰਪਲੇਨ ਹੁੰਦੀ ਹੈ ਵੀ ਡਾਕਟਰ ਸਾਹਿਬ ਪੂਰਾ ਦਿਨ ਫੁੱਟ ਗਿਆ, ਬੈਠਿਆ ਨਹੀਂ ਜਾਂਦਾ। ਤਾਂ ਜਿਹੜੇ ਸਟੇਬਲ ਪੇਸ਼ੈਂਟ ਆ ਉਹਨਾਂ ਨੂੰ ਅਸੀਂ ਕਲੀਨਿਕ 'ਤੇ ਵੀ ਸ਼ਾਮ ਨੂੰ ਚੈੱਕ ਕਰਦੇ ਹਾਂ ਅਤੇ ਉਹਨਾਂ ਦਾ ਹੋਰ ਬੈਟਰ ਟਰੀਟਮੈਂਟ ਕਰਦੇ ਹਾਂ। ਇਹ ਸਾਰੀਆਂ ਜਿੰਨੀਆਂ ਵੀ ਐਫਰਟ ਹੈ ਬੇਸਿਕਲੀ ਪੇਸ਼ੈਂਟ ਦੀ ਕਹਿ ਲਓ ਕੰਫਰਟ ਵਧਾਉਣ ਲਈ ਹੀ ਆਪਾਂ ਕਰ ਰਹੇ ਹਾਂ। ਅਤੇ ਬਾਕੀ ਜਿਵੇਂ ਤੁਹਾਡੇ ਲੋਕਾਂ ਦੀ ਹੈਲਪ ਦੇ ਨਾਲ ਅਸੀਂ ਅਵੇਅਰਨੈਸ ਵੀ ਫੈਲਾਉਣ ਦੀ ਕੋਸ਼ਿਸ਼ ਕਰਦੇ ਹਾਂ। ਜਿਵੇਂ ਬਾਕੀ ਬਿਮਾਰੀਆਂ 'ਚ ਅਵੇਅਰਨੈਸ ਆ ਗਈ ਹੈ, ਬਟ ਬ੍ਰੇਨ ਦੀਆਂ ਬਿਮਾਰੀਆਂ 'ਚ ਹਜੇ ਵੀ ਲੋਕਾਂ 'ਚ ਇੱਕ ਅਵੇਅਰਨੈਸ ਨਹੀਂ, ਉਹਨਾਂ ਨੂੰ ਲੱਗਦਾ ਵੀ ਕਿਹੜਾ ਮਰੀਜ਼ ਨੇ ਠੀਕ ਹੋਣਾ, ਕੀ ਕਰਨਾ, ਇਸ ਕਰਕੇ ਕਈ ਵਾਰ ਪੇਸ਼ੈਂਟ ਲੇਟ ਪਹੁੰਚਦੇ। ਬਟ ਮੈਂ ਇਹੀ ਤੁਹਾਨੂੰ ਦੁਬਾਰਾ ਦੱਸਣਾ ਚਾਹੁੰਦਾ ਵੀ ਹੁਣ ਇੰਨੀਆਂ ਵਧੀਆ ਡਾਇਗਨੋਸਟਿਕ ਟੈਕਨੀਕਸ ਆ ਗਈਆਂ ਅਤੇ ਇੰਨੀਆਂ ਵਧੀਆ ਸਾਡੇ ਕੋਲ ਇੰਸਟਰੂਮੈਂਟ ਆ ਵੀ ਹੁਣ ਉਹ ਪੁਰਾਣੀ ਗੱਲ ਨਹੀਂ ਰਹੀ। ਹੁਣ ਅਸੀਂ 70 ਤੋਂ 80% ਮਰੀਜ਼ਾਂ ਨੂੰ ਜਿਹੜਾ ਹੈ ਇੱਕ ਵਧੀਆ ਰਿਜ਼ਲਟ ਦੇ ਕੇ ਭੇਜਦੇ ਹਾਂ ਅਤੇ ਬਹੁਤ ਅੱਛੀ ਪੇਸ਼ੈਂਟ ਦੀ ਲਾਈਫ ਜਿਹੜਾ ਹੈਗਾ ਉਹ ਰਹਿੰਦੀ ਹੈ। ਡਾਕਟਰ ਸਾਹਿਬ, ਜਿੱਦਾਂ ਤੁਸੀਂ ਆਪਣੀ ਵਿਜ਼ਿਟ ਜਿਹੜੀ ਹੈਗੀ ਆ ਮੋਗਾ ਵਿਖੇ ਵੀ ਕਰਦੇ ਹੋ, ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਇੱਥੇ ਤਾਂ ਸ਼ਾਮ ਨੂੰ ਹੈ ਔਰ ਮਾਲਵੇ ਦੇ ਜਿਹੜੇ ਵੀ ਲੋਕ ਇਸ ਚੈਨਲ ਦੇ ਮਾਧਿਅਮ 'ਤੇ ਦੇਖ ਰਹੇ ਆ ਉਹਨਾਂ ਲਈ ਇੱਕ ਬੜੀ ਖੁਸ਼ੀ ਦੀ ਖਬਰ ਹੈਗੀ ਹੈ ਕਿ ਡਾਕਟਰ ਸਾਹਿਬ ਜਿਹੜੇ ਹੈਗੇ ਮੋਗਾ ਵੀ ਵਿਜ਼ਿਟ ਕਰਦੇ ਨੇ। ਡਾਕਟਰ ਸਾਹਿਬ ਦੱਸਣ ਕਿਹੜੇ ਦਿਨ ਜਾਂਦੇ ਨੇ ਔਰ ਕਿੱਦਾਂ ਉਹਨਾਂ ਦਾ ਟਾਈਮਿੰਗ ਹੈ? ਹਾਂਜੀ, ਪਿਛਲੇ ਲਗਭਗ 8-9 ਸਾਲਾਂ ਤੋਂ ਹੀ ਮੈਂ ਮੇਰੇ ਬ੍ਰਦਰ ਇਨ ਲਾ ਦਾ ਹੀ ਹਸਪੀਟਲ ਹੈ ਸਿੱਧੂ ਹਸਪਤਾਲ ਐਂਡ ਡਾਇਗਨੋਸਟਿਕ ਸੈਂਟਰ ਮੋਗਾ, ਉੱਥੇ ਮੈਂ ਹਰ ਮਹੀਨੇ ਦੇ ਸੈਕਿੰਡ ਸੰਡੇ ਮੈਂ ਜਾਂਦਾ 12 ਵਜੇ ਤੋਂ 3 ਵਜੇ ਤੱਕ, ਅਤੇ ਉਸ ਏਰੀਏ ਦੇ ਕਾਫੀ ਪੇਸ਼ੈਂਟ ਉੱਥੇ ਸਾਨੂੰ ਦਿਖਾਉਣ ਵੀ ਆਉਂਦੇ ਆ ਅਤੇ ਉਹ ਫੈਸਿਲਿਟੀ ਜਿਹੜੀ ਹੈ ਲੈ ਸਕਦੇ ਹਾਂ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਕਿ ਸਿਰ ਦੁਖਣਾ ਇੱਕ ਸਿੰਪਲ ਵਰਡ ਹੁੰਦਾ ਸਿਰ ਦੁਖਣਾ, ਲੇਕਿਨ ਕਈ ਵਾਰੀ ਸਿਰ ਦੁਖਣ ਦਾ ਜਿਹੜਾ ਹੈਗਾ ਕਨੈਕਸ਼ਨ ਜਿਹੜਾ ਹੈਗਾ ਉਹ ਬ੍ਰੇਨ ਦੇ ਨਾਲ ਹੁੰਦਾ ਔਰ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਜਦੋਂ ਕਿਤੇ ਸਿਰ ਨਾ ਹੀ ਹਟੇ ਤਾਂ ਉਹਨਾਂ ਨੂੰ ਆਈ ਫੀਲ ਕਿ ਨਿਊਰੋ ਨਾਲ ਵੀ ਇੱਕ ਵਾਰੀ ਅਟੈਚਮੈਂਟ ਕਰਨੀ ਚਾਹੀਦੀ। ਇਹ ਨਿਊਰੋ ਦਾ ਹੀ ਬੇਸਿਕਲੀ ਫੀਲਡ ਹੈ। ਸਿਰ ਦੁਖਣਾ ਅਤੇ ਗਰਦਨ ਦੁਖਣਾ, ਸਪਾਈਨ ਦੀਆਂ ਪ੍ਰੋਬਲਮਾਂ ਵੀ ਕਾਫੀ ਹੈਗੀਆਂ, ਤਾਂ ਆਪਾਂ ਨੂੰ ਪਹਿਲਾਂ ਤਾਂ ਡਿਫਰੈਂਸ਼ੀਏਟ ਕਰਨਾ ਪੈਂਦਾ ਹੈ ਵੀ ਜਿਹੜਾ ਸਿਰ ਦਾ ਦਰਦ ਹੈ ਉਹ ਗਰਦਨ 'ਚ ਜਾ ਰਿਹਾ, ਗਰਦਨ ਦਾ ਦਰਦ ਹੈ ਉਹ ਸਿਰ 'ਚ ਜਾ ਰਿਹਾ। ਫਿਰ ਆਪਾਂ ਨੂੰ ਕਾਫੀ ਸਾਰੇ ਕਾਰਨ ਲੱਭਣੇ ਪੈਂਦੇ ਹੈ। ਬ੍ਰੇਨ ਦੇ ਤਰਫੋਂ ਕਾਫੀ ਸਾਰੇ ਕਾਰਨ ਹੁੰਦੇ ਆ, ਮਾਈਗ੍ਰੇਨ ਹੋ ਸਕਦਾ ਹੈ, ਟੈਨਸ਼ਨ ਹੈਡੇਕ ਹੋ ਸਕਦਾ ਹੈ, ਜਾਂ ਕਿਸੇ ਬ੍ਰੇਨ ਟਿਊਮਰ ਕਰਕੇ ਹੈਡੇਕ ਹੋ ਸਕਦਾ ਹੈ, ਜਾਂ ਟੀਬੀ ਕਰਕੇ ਜਾਂ ਬ੍ਰੇਨ ਦੇ ਕਿਸੇ ਹੋਰ ਇਨਫੈਕਸ਼ਨ ਕਰਕੇ ਵੀ ਹੈਡੇਕ ਹੋ ਜਾਂਦਾ ਹੈ। ਕਈ ਵਾਰ ਬ੍ਰੇਨ ਹੈਮਰੇਜ ਕਰਕੇ ਵੀ ਹੈਡ ਹੋ ਜਾਂਦਾ ਹੈ, ਕਈ ਵਾਰ ਦਿਮਾਗ 'ਚ ਪਾਣੀ ਭਰਨ ਕਰਕੇ ਵੀ ਹੈਡੇਕ ਹੋ ਜਾਂਦਾ ਹੈ, ਕਈ ਵਾਰ ਹੋਰ ਵੀ ਬਹੁਤ ਸਾਰੇ ਕਾਰਨ ਹੁੰਦੇ ਆ। ਇੱਦਾਂ ਹੀ ਗਰਦਨ ਦੇ ਦਰਦ ਦੇ ਬਹੁਤ ਸਾਰੇ ਕਾਰਨ ਹੈ, ਜਿਵੇਂ ਡਿਸਕ ਖਰਾਬ ਹੋ ਗਈ ਹੈ ਜਾਂ ਕੋਈ ਮਸਲ ਪੁੱਲ ਹੋ ਗਿਆ ਹੈ ਜਾਂ ਕੋਈ ਹੋਰ ਕਾਫੀ ਸਾਰੀ ਦਿੱਕਤਾਂ ਹੁੰਦੀਆਂ। ਤਾਂ ਬੇਸਿਕ ਉਹੀ ਹੈ ਵੀ ਆਪਾਂ ਨੂੰ ਪ੍ਰੋਪਰ ਡਾਇਗਨੋਸਿਸ ਬਣਾਉਣ ਤੋਂ ਬਾਅਦ ਹੀ ਟਰੀਟਮੈਂਟ ਕਰਨਾ ਚਾਹੀਦਾ। ਜਿਹੜਾ ਅੰਦਾਜ਼ੇ ਵਾਲਾ ਟਰੀਟਮੈਂਟ ਆ ਉਹ 1-2 ਹਫ਼ਤੇ ਠੀਕ ਹੈ, ਬਟ ਜੇ ਤੁਹਾਡਾ 2-3 ਹਫ਼ਤੇ ਲਗਾਤਾਰ ਸਿਰ ਦਰਦ ਨਹੀਂ ਠੀਕ ਹੁੰਦਾ ਤਾਂ ਫਿਰ ਆਪਾਂ ਨੂੰ ਪੇਨ ਕਿਲਰ ਨਹੀਂ ਲੈਣੀਆਂ ਚਾਹੀਦੀਆਂ। ਉਹਦਾ ਪ੍ਰੋਪਰ ਡਾਇਗਨੋਸਿਸ ਬਣਾ ਕੇ ਜੋ ਡਾਇਗਨੋਸਿਸ ਦੇ ਹਿਸਾਬ ਨਾਲ ਟਰੀਟਮੈਂਟ ਬਣਦੀ ਹੈ ਉਹ ਲੈਣੀ ਚਾਹੀਦੀ ਹੈ। ਡਾਕਟਰ ਸਾਹਿਬ, ਅੱਜ ਕੱਲ੍ਹ ਸਪੌਂਡੀਲਾਈਟਿਸ ਦੀ ਜਿਹੜੀ ਹੈਗੀ ਆ ਪ੍ਰੋਬਲਮ ਉਹ ਬਹੁਤ ਜ਼ਿਆਦਾ ਆ ਰਹੀ ਹੈਗੀ ਆ। ਡਿਸਕ ਦੀ ਹਿੱਲਣਾ ਜਿਹੜਾ ਹੈਗਾ ਇਹ ਵੀ ਬਹੁਤ ਜ਼ਿਆਦਾ ਆ ਰਿਹਾ ਔਰ ਇਹਦੇ 'ਚ ਲੋਕਾਂ ਨੂੰ ਲੱਗਦਾ ਕਿ ਅਸੀਂ ਟਰੰਕਾਈਜ਼ਰਾਂ ਖਾਈ ਜਾਂਦੇ ਹਾਂ। ਜਿੱਦਾਂ ਤੁਸੀਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਕਿਹਾ ਕਿ ਨਹੀਂ ਭਾਈ ਦਵਾਈਆਂ ਨਾ ਖਾਓ, ਆਪਣੇ ਆਪ ਸੈਲਫ ਮੈਡੀਕੋਜ਼ ਤੋਂ ਬਚੋ। ਐਵੇਂ ਕੋਈ ਤੁਹਾਨੂੰ ਕੈਮਿਸਟ ਕਹਿ ਦਿੰਦਾ ਵੀ ਨਹੀਂ ਇਹਦੇ ਨਾਲ ਕਿਡਨੀਆਂ 'ਤੇ ਕੋਈ ਇਫੈਕਟ ਨਹੀਂ ਪਊਗਾ, ਇਹ ਤੁਸੀਂ ਖਾ ਸਕਦੇ ਆ, ਇਹ ਦਰਦ ਰਹਿਤ ਚੀਜ਼ ਹੈਗੀ ਆ, ਇਹਦੇ ਨਾਲ ਕੋਈ ਇਫੈਕਟ ਨਹੀਂ ਹੋਣਾ। ਅਤੇ ਤੁਸੀਂ ਹਮੇਸ਼ਾ ਜਦੋਂ ਵੀ ਤੁਹਾਨੂੰ ਡਿਸਕ ਦੀ ਪ੍ਰੋਬਲਮ ਆਉਂਦੀ ਹੈ ਜਾਂ ਤੁਹਾਨੂੰ ਸਪੌਂਡੀਲਾਈਟਿਸ ਆ ਤਾਂ ਤੁਸੀਂ ਵਧੀਆ ਨਿਊਰੋ ਵਾਲੇ ਡਾਕਟਰ ਨੂੰ ਮਿਲੋ ਔਰ ਉਹ ਤੁਹਾਨੂੰ ਦੱਸੂਗਾ ਕਿ ਕੀ ਇਹਦਾ ਅਲਟਰਨੇਟਿਵ ਹੈਗਾ ਔਰ ਕਿਵੇਂ। ਕਦੇ ਵੀ ਸੈਲਫ ਮੈਡੀਕੋਜ਼ ਨਾ ਕਰੋ, ਕਦੇ ਐਡਸ ਦੇਖ ਕੇ ਦਵਾਈਆਂ ਨਾ ਖਾਓ ਵੀ ਆਹ ਦਵਾਈ ਆ ਅਤੇ ਮੈਂ ਆਪਦੇ ਆਹ ਗਰਦਨ 'ਤੇ ਮੰਨ ਲਿਆ ਅਤੇ ਆਹ ਮੰਨ ਲਿਆ। ਹਾਂਜੀ, ਬਿਲਕੁਲ ਠੀਕ ਹੈ। ਪਹਿਲਾਂ ਤਾਂ ਮੈਂ ਤੁਹਾਨੂੰ ਕਾਰਨ ਦੱਸਣਾ ਚਾਹੁੰਦਾ ਵੀ ਸਪਾਈਨ ਦੀ ਪ੍ਰੋਬਲਮ ਇੰਨੀ ਜ਼ਿਆਦਾ ਕਿਉਂ ਵੱਧ ਰਹੀ ਹੈ। ਉਹਦਾ ਇੱਕ ਕਾਰਨ ਤਾਂ ਕहीं ਨਾ ਕहीं ਕੰਪਿਊਟਰ ਯੁੱਗ ਹੈ। ਆਪਾਂ ਹਰ ਟਾਈਮ ਜਾਂ ਟੀਵੀ ਦੇ ਸਾਹਮਣੇ ਜਾਂ ਕੰਪਿਊਟਰ ਦੇ ਸਾਹਮਣੇ ਜਾਂ ਮੋਬਾਈਲ ਦੇ ਸਾਹਮਣੇ ਹੁੰਦੇ ਹਾਂ ਜਾਂ ਲੌਂਗ ਡਰਾਈਵ ਕਰਦੇ ਹਾਂ। ਇਹ ਸਾਰੀਆਂ ਚੀਜ਼ਾਂ ਹੀ ਜਿਹੜਾ ਹੈ ਆਪਣੀ ਸਪਾਈਨ ਨੂੰ ਤੰਗ ਕਰਦੀਆਂ ਹੈਗੀਆਂ। ਉਸ ਤੋਂ ਇਲਾਵਾ ਓਬੈਸਿਟੀ ਹੈ, ਅੱਜ ਕੱਲ੍ਹ ਮੋਟਾਪਾ ਬਹੁਤ ਵੱਧ ਗਿਆ ਹੈ, ਉਹਦਾ ਵੀ ਖਾਸ ਕਰਕੇ ਕਮਰ 'ਤੇ ਬੈਡ ਅਸਰ ਪੈਂਦਾ ਹੈ। ਅਤੇ ਜਿਹੜੀ ਸਪਾਈਨ ਦੀ ਪ੍ਰੋਬਲਮ ਹੈ ਇਹਨਾਂ ਦੀਆਂ ਸਟੇਜਸ ਹੁੰਦੀਆਂ, ਜਿਵੇਂ ਪਹਿਲੀ ਸਟੇਜ 'ਤੇ ਸਿਰਫ ਗਰਦਨ ਜਾਂ ਕਮਰ 'ਚ ਦਰਦ ਹੁੰਦਾ, ਬਟ ਦੂਸਰੀ ਸਟੇਜ 'ਤੇ ਫਿਰ ਉਹ ਜਿਹੜਾ ਦਰਦ ਹੈ ਉਹ ਲੱਤ ਜਾਂ ਬਾਂਹ 'ਚ ਜਾਣ ਲੱਗ ਜਾਂਦਾ, ਤੀਸਰੀ ਸਟੇਜ 'ਤੇ ਸੁੰਨਪਨ ਆ ਜਾਂਦਾ, ਚੌਥੀ ਸਟੇਜ 'ਤੇ ਕਮਜ਼ੋਰੀ ਆ ਜਾਂਦੀ ਹੈ। ਤਾਂ ਉਹੀ ਗੱਲ ਹੈ ਵੀ ਆਪਾਂ ਉਹਨੂੰ ਸਾਡੇ ਕੋਲ ਕਈ ਪੇਸ਼ੈਂਟ ਆਉਂਦੇ ਚੌਥੀ ਸਟੇਜ 'ਤੇ ਆਉਂਦੇ, ਜਦੋਂ ਲੱਤ ਸੁੱਕਣ ਲੱਗ ਜੇ ਫਿਰ ਆਉਂਦੇ ਆ। ਤਾਂ ਚੌਥੀ ਸਟੇਜ 'ਤੇ ਓਬਵੀਅਸਲੀ ਅਸੀਂ ਜ਼ਿਆਦਾ ਹੈਲਪ ਨਹੀਂ ਕਰ ਸਕਦੇ, ਬਟ ਜੇ ਪਹਿਲੀ ਜਾਂ ਦੂਜੀ ਸਟੇਜ 'ਤੇ ਪੇਸ਼ੈਂਟ ਸਾਡੇ ਕੋਲ ਆਏਗਾ ਤਾਂ ਸਾਡੇ ਕੋਲ ਹੈਲਪ ਕਰਨ ਲਈ ਬਹੁਤ ਕੁਝ ਹੁੰਦਾ ਹੈ। ਅਤੇ ਇਹ 'ਚ ਵੀ ਇਹੀ ਹੈ, ਨਾਰਮਲੀ ਪੇਸ਼ੈਂਟ ਪਹਿਲੀ ਦੂਜੀ ਸਟੇਜ ਈਵਨ ਤੀਜੀ ਸਟੇਜ ਵੀ ਇੱਧਰ ਉੱਧਰ ਵੇਸਟ ਕਰਕੇ ਫਿਰ ਬਿਲਕੁਲ ਐਂਡ ਸਟੇਜ 'ਤੇ ਆ ਜਾਂਦਾ ਵੀ ਡਾਕਟਰ ਸਾਹਿਬ ਹੁਣ ਲੱਤ ਸੁੱਕ ਗਈ, ਹੁਣ ਇਹਦਾ ਕਰੋ। ਉਸ ਸਟੇਜ 'ਤੇ ਫਿਰ ਕਈ ਵਾਰ ਹੈਲਪ ਕਰਨੀ ਮੁਸ਼ਕਿਲ ਹੋ ਜਾਂਦੀ ਹੈ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਕਿ ਅੱਜ ਉਹ ਸਰਜਰੀਆਂ ਜਿਹੜੀਆਂ ਪਹਿਲਾਂ ਵਾਲੀਆਂ ਬਲੱਡ ਸ਼ੈਡਿੰਗ ਸਰਜਰੀਆਂ ਨਹੀਂ ਰਹੀਆਂ, ਜਿੱਦਾਂ ਤੁਸੀਂ ਦੱਸਿਆ ਕਿ ਸਪਾਈਨ ਦੀ ਜਿਹੜੀਆਂ ਸਰਜਰੀਜ਼ ਹੈਗੀਆਂ ਉਹ ਵੀ ਬਹੁਤ ਹੀ ਕੰਪਿਊਟਰ ਨੈਵੀਗੇਸ਼ਨ ਦੇ ਨਾਲ ਤੁਸੀਂ ਕਰ ਰਹੇ ਹੋ ਔਰ ਬਹੁਤ ਘੱਟ ਚੀਰੇ ਜਿਹੜੇ ਹੈਗੇ ਲੱਗਦੇ ਆ, ਖੂਨ ਦੀ ਲੋੜ ਬੜੀ ਘੱਟ ਪੈਂਦੀ ਆ, ਬੰਦੇ ਦਾ ਸਟੇ ਬੜਾ ਘੱਟ ਰਹਿੰਦਾ ਹੌਸਪੀਟਲ ਦੇ ਵਿੱਚ ਔਰ ਉਹ ਬੰਦਾ ਹਮੇਸ਼ਾ ਲਈ, ਜਿਵੇਂ ਪਹਿਲਾਂ ਬੰਦੇ ਨੂੰ ਲੱਗਦਾ ਸੀ ਵੀ ਚੀੜ ਫਾੜ ਹੋ ਜਾਊਗਾ ਜੀ, ਰੀੜ੍ਹ ਦੀ ਹੱਡੀ ਦੇ ਵਿੱਚ ਲੋਕ ਬਹੁਤ ਡਰਦੇ ਹੁੰਦੇ ਸੀਗੇ, ਪਰ ਅੱਜ ਇਹ ਚੀਜ਼ਾਂ ਬਿਲਕੁਲ ਨੋਰਮਲ ਹੋ ਗਈਆਂ। ਹਾਂਜੀ, ਦੇਖੋ ਬੇਸਿਕ ਉਹੀ ਹੈ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਵੀ ਨਿਊਰੋ ਸਰਜਰੀ ਦੇ ਵਿੱਚ ਐਕੂਰੇਸੀ ਚਾਹੀਦੀ ਹੈ, ਕਿਉਂਕਿ 1 ਮਿਲੀਮੀਟਰ ਵੀ ਤੁਸੀਂ ਇੱਧਰ ਉੱਧਰ ਨਹੀਂ ਹੋ ਸਕਦੇ। ਅਤੇ ਅੱਜ ਕੱਲ੍ਹ ਦੀ ਜਿਹੜੀ ਲੇਟੈਸਟ ਟੈਕਨੋਲੋਜੀ ਹੈ ਕਿਤੇ ਨਾ ਕਿਤੇ ਇਹਨੇ ਸਾਨੂੰ ਐਕੂਰੇਸੀ ਦਿੱਤੀ ਹੈ। ਜਿਹੜੀ 3 ਟੈਸਲਾ ਤੱਕ ਦੀ MRI ਆ ਗਈ ਹੈ, 128 ਸਲਾਈਸ CT ਆ ਗਿਆ ਹੈ,
ਬਹੁਤ ਵਧੀਆ ਮਾਈਕਰੋਸਕੋਪਾਂ ਆ ਗਈਆਂ ਹਨ, ਨਿਊਰੋ ਨੈਵੀਗੇਸ਼ਨ ਆ ਗਈ ਹੈ, ਸੀ ਆਰਮ ਆ ਗਈ ਹੈ, ਓ ਆਰਮ ਆ ਗਈ ਹੈ। ਤਾਂ ਜੋ ਬੇਸਿਕ ਇੱਕ ਚੇਂਜ ਅਗਰ ਆਪਾਂ ਦੇਖੀਏ ਪਿਛਲੇ 100 ਸਾਲ ਦੀ ਨਿਊਰੋਸਰਜਰੀ 'ਚ ਕੀ ਚੇਂਜ ਹੋਈ ਹੈ, ਉਹ ਕਿਤੇ ਨਾ ਕਿਤੇ ਐਕੂਰੇਸੀ ਆਈ ਹੈ। ਔਰ ਐਕੂਰੇਸੀ ਦਾ ਮਤਲਬ ਕੀ ਹੈ ਵੀ ਜਿਸ ਚੀਜ਼ ਨੂੰ ਆਪਾਂ ਹਿੱਟ ਕਰਨਾ ਚਾਹੁੰਦੇ ਉਹਨੂੰ ਹਿੱਟ ਕੀਤੀ, ਆਸ-ਪਾਸ ਦੀ ਚੀਜ਼ ਦਾ ਆਪਾਂ ਨੁਕਸਾਨ ਨਹੀਂ ਕੀਤਾ। ਤੇ ਜਿੱਥੇ ਐਕੂਰੇਸੀ ਆਈ ਹੈ ਉੱਥੇ ਰਿਜ਼ਲਟ ਆਏ ਆ, ਉੱਥੇ ਤੁਹਾਡਾ ਡੈਫਿਸਿਟ ਘਟੇ ਹੈ, ਉੱਥੇ ਰਿਕਵਰੀ ਵਧੀਆ ਹੋਈ ਹੈ। ਤੇ ਡੈਫੀਨੇਟਲੀ ਇਹ ਚੀਜ਼ਾਂ ਮਹਿੰਗੀਆਂ ਹੈਗੀਆਂ ਜਿਹੜੀਆਂ ਮੈਂ ਇਹ ਕਹਿਣ ਨੂੰ ਹੀ ਲੱਗਦਾ। ਨਿਊਰੋ ਨੈਵੀਗੇਸ਼ਨ 5 ਕਰੋੜ ਦੀ ਮਸ਼ੀਨ ਹੈ ਜਾਂ ਜੇ ਆਪਾਂ ਬਾਕੀ ਗੱਲ ਕਰੀਏ ਸੀ ਆਰਮ ਓ ਆਰਮ ਜੇ ਕਰੋੜ ਦੀਆਂ ਮਸ਼ੀਨਾਂ ਨੇ। ਡੈਫੀਨੇਟਲੀ ਇੱਕ ਇਹ ਚੀਜ਼ ਹੈ ਵੀ ਕਾਸਟ ਆਫ ਟਰੀਟਮੈਂਟ ਕਿਤੇ ਨਾ ਕਿਤੇ ਵਧੀ ਹੈ, ਬਟ ਇਹਦੇ ਨਾਲ ਰਿਜ਼ਲਟ ਵੀ ਡੈਫੀਨੇਟਲੀ ਬੈਟਰ ਹੋਏ ਹੈ। ਡਾਕਟਰ ਸਾਹਿਬ, ਤੁਹਾਡਾ ਇਹ ਹਸਪੀਟਲ ਜਿਹੜਾ ਕਿ ਹਾਰਟ ਆਫ ਜਲੰਧਰ ਦੇ ਵਿੱਚ ਸਥਿਤ ਹੈਗਾ, ਡਾਕਟਰ ਵਿਕਰਮਜੀਤ ਨਿਊਰੋ ਸਪਾਈਨ ਐਂਡ ਜਨਰਲ, ਇੱਥੇ ਕੀ ਫੈਸਿਲਿਟੀਆਂ ਅਵੇਲੇਬਲ ਆ ਪੇਸ਼ੈਂਟ ਲਈ? ਹਾਂਜੀ, ਇਹ ਮੇਰਾ ਬੇਸਿਕਲੀ ਈਵਨਿੰਗ ਓਪੀਡੀ ਕਲੀਨਿਕ ਹੈ। ਤਾਂ ਇੱਥੇ ਈਵਨਿੰਗ 'ਚ ਆਪਾਂ ਪੇਸ਼ੈਂਟ ਦੀ ਓਪੀਡੀ ਚੈੱਕਅਪ ਕਰਦੇ ਹਾਂ, ਉਹਨਾਂ ਨੂੰ ਮੈਡੀਸਨ ਡਿਸਪੈਂਸ ਕਰਦੇ ਹਾਂ। ਇਹ ਬੇਸਿਕਲੀ ਮਰੀਜ਼ਾਂ ਦੀ ਫੈਸਿਲਿਟੀ ਲਈ ਹੈ। ਇੱਥੋਂ ਵੀ ਐਡਮਿਸ਼ਨ ਜਿਹੜੀਆਂ ਉਹ ਆਪਾਂ ਸੈਕਰਡ ਹਾਰਟ ਹਸਪੀਟਲ ਹੀ ਕਰਦੇ ਹਾਂ। ਤਾਂ ਜੋ ਆਈਪੀਡੀ ਵਾਲਾ ਟਰੀਟਮੈਂਟ ਆ ਉਹ ਸੈਕਰਡ ਹਾਰਟ ਹਸਪੀਟਲ ਕੀਤਾ ਜਾਂਦਾ, ਬਟ ਓਪੀਡੀ ਖਾਸ ਕਰਕੇ ਉਹ ਪੇਸ਼ੈਂਟ ਜਿਹੜੇ ਦਿਨੇ ਬਿਜ਼ੀ ਹੁੰਦੇ ਆ, ਨਹੀਂ ਦਿਖਾ ਸਕਦੇ, ਉਹ ਸ਼ਾਮ ਨੂੰ ਇੱਥੇ ਆਪਣੇ ਕੋਲ ਆ ਕੇ ਦਿਖਾ ਸਕਦੇ ਆ। ਔਰ ਉਹਦੇ ਨਾਲ ਡਾਕਟਰ ਸਾਹਿਬ ਜਿੱਦਾਂ ਇੱਥੇ ਸਰਜਰੀ ਦੇ ਲਈ ਵੀ ਜਿਹੜਾ ਹੈਗਾ ਲੈਪਰੋਸਕੋਪੀ ਸਰਜਰੀਜ਼ ਦੇ ਲਈ, ਉਹਦੇ ਲਈ ਵੀ ਨਾਲ ਡਾਕਟਰ ਸਾਹਿਬ ਮਤਲਬ ਜਿਹੜੇ ਹਾਂ, ਮੇਰੇ ਜੋ ਵਾਈਫ ਹੈਗੇ ਆ ਡਾਕਟਰ ਨਵਨੀਤ ਕੌਰ, ਉਹ ਪਿਛਲੇ 10 ਸਾਲ ਤੋਂ ਪਿਮਸ ਹਸਪਤਾਲ ਦੇ ਵਿੱਚ ਲੈਪਰੋਸਕੋਪਿਕ ਐਂਡ ਜਨਰਲ ਸਰਜਰੀ ਕਰ ਰਹੇ ਹੈ। ਉਹ ਵੀ ਮੇਰੇ ਨਾਲ ਈਵਨਿੰਗ ਕਲੀਨਿਕ ਤੇ ਬੈਠਦੇ ਹੈ। ਖਾਸ ਕਰਕੇ ਪਿਮਸ ਹਸਪਤਾਲ ਜਿਵੇਂ ਸਾਰਿਆਂ ਨੂੰ ਪਤਾ ਹੀ ਹੈ ਮੈਡੀਕਲ ਕਾਲਜ ਹੈ, ਔਰ ਬਹੁਤ ਹੀ ਰੀਜ਼ਨੇਬਲ ਸਸਤਾ ਪੀਜੀਆਈ ਵਾਲੇ ਰੇਟਸ ਤੇ ਉੱਥੇ ਕੰਮ ਹੁੰਦਾ ਹੈ। ਤਾਂ ਉਸ ਤਰ੍ਹਾਂ ਦੇ ਪੇਸ਼ੈਂਟ ਵੀ ਇੱਥੇ ਆਪਣੇ ਕੋਲ ਫਾਇਦਾ ਉਠਾ ਸਕਦੇ ਹਨ। ਮੈਡਮ ਉਹਨਾਂ ਨੂੰ ਚੈੱਕਅਪ ਇੱਥੋਂ ਕਰਕੇ ਫਿਰ ਅੱਗੇ ਪਿਮਸ ਲਈ ਰਿਕਮੈਂਡ ਕਰਕੇ ਉੱਥੇ ਫਿਰ ਉਹਨਾਂ ਦਾ ਟ੍ਰੀਟਮੈਂਟ ਕਰਦੇ ਹਨ। ਡਾਕਟਰ ਸਾਹਿਬ, ਤੁਸੀਂ ਸਾਨੂੰ ਸਮਾਂ ਦਿੱਤਾ ਔਰ ਸਾਡੇ ਦਰਸ਼ਕਾਂ ਨੂੰ ਅਵੇਅਰ ਕੀਤਾ, ਤੁਹਾਡਾ ਧੰਨਵਾਦ। ਜਾਂਦੇ ਸਾਡਾ ਲਾਸਟ ਕੁਐਸਚਨ ਹੈ ਤੁਹਾਨੂੰ ਡਾਕਟਰ ਸਾਹਿਬ, ਜਿੱਦਾਂ ਅੱਜ ਦਾ ਦੌੜ ਧੂਪ ਦੀ ਜਿਹੜੀ ਜ਼ਿੰਦਗੀ ਹੈਗੀ ਹੈ, ਜਿਹਦੇ ਵਿੱਚ ਲੋਕ ਜੰਕ ਫੂਡਸ ਦੇ ਉੱਪਰ ਜ਼ਿਆਦਾ, ਸੀਡੇਟਿਵ ਲਾਈਫ ਸਟਾਈਲਾਂ ਦੇ ਉੱਪਰ ਆ ਗਏ ਆ, ਕਰੋਨਾ ਤੋਂ ਬਾਅਦ ਵਿੱਚ ਇੱਕ ਡਿਪਰੈਸ਼ਨ ਵਾਲਾ ਮਾਈਂਡ ਸੈਟਅਪ, ਸੁਸਤੀ ਵਾਲਾ ਦਿਮਾਗ ਦੀ, ਬਿਜ਼ਨਸ ਲੋਕਾਂ ਦੇ ਇਫੈਕਟ ਹੋਏ ਨੇ, ਕੀ ਕਹਿਣਾ ਚਾਹੋਗੇ ਕਿ ਉਹਦੇ ਵਿੱਚ ਕਿੱਦਾਂ ਐਜ਼ ਏ ਨਿਊਰੋ ਸਰਜਨ ਤੁਹਾਨੂੰ ਕੀ ਸਾਡੇ ਦਰਸ਼ਕਾਂ ਨੂੰ ਤੁਹਾਡੀ ਸਲਾਹ? ਹਾਂਜੀ, ਇਹ 2-3 ਇਸ਼ੂਜ਼ ਆਏ ਹੈ ਜੋ ਖਾਸ ਕਰਕੇ ਕੋਵਿਡ ਤੋਂ ਬਾਅਦ। ਇੱਕ ਤਾਂ ਜਿਵੇਂ ਓਬੈਸਿਟੀ ਬਹੁਤ ਵਧੀ ਹੈ, ਲੋਕ ਖਾਂਦੇ ਹੈਗੇ ਆ। ਦੂਸਰਾ ਡਿਪਰੈਸ਼ਨ ਦਾ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਇੰਸੀਡੈਂਸ ਹੈ। ਈਵਨ ਇੱਕ ਸਟੱਡੀ ਵੀ ਹੋਈ ਸੀ ਸ਼ਾਇਦ ਏਮਸ ਦੀ, ਈਵਨ 14 ਸਾਲ ਦੀ ਆਈ ਥਿੰਕ ਉਮਰ ਤੋਂ ਘੱਟ ਬੱਚਿਆਂ 'ਚ ਉਹਨਾਂ ਨੇ ਸਟੱਡੀ ਕੀਤੀ ਸੀ। 14 ਸਾਲ ਦੀ ਉਮਰ ਤੋਂ ਘੱਟ, ਜਦੋਂ ਆਪਾਂ ਬਚਪਨ ਮੰਨਦੇ ਹਾਂ ਵੀ ਡਿਪਰੈਸ਼ਨ ਨਾਮ ਦੀ ਚੀਜ਼ ਨਹੀਂ ਹੋਣੀ ਚਾਹੀਦੀ, ਈਵਨ ਉਹਨਾਂ ਦੇ ਵਿੱਚ ਵੀ 30 to 40% ਬੱਚਿਆਂ 'ਚ ਉਹਨਾਂ ਨੇ ਡਿਪਰੈਸ਼ਨ ਦੇ ਸਾਈਨ ਪਾਏ। ਤਾਂ ਜੋ ਜਿਵੇਂ ਆਪਾਂ ਕਹਿ ਲਓ ਵੀ ਦੇਸੀ ਕਹਾਵਤ ਹੈ ਵੀ ਹਰ ਕੰਮ ਦਿਮਾਗ ਨਾਲ ਹੋ ਗਿਆ, ਤਾਂ ਕਿਤੇ ਨਾ ਕਿਤੇ ਦਿਮਾਗ 'ਤੇ ਪ੍ਰੈਸ਼ਰ ਵੀ ਜ਼ਿਆਦਾ ਹੋ ਗਿਆ ਅਤੇ ਦਿਮਾਗ ਦੇ ਰੋਗ ਵੀ ਵੱਧ ਗਏ ਹਨ, ਹੈ ਨਾ। ਅਤੇ ਇਸ ਕਰਕੇ ਜਿਹੜਾ ਹੈ ਆਪਾਂ ਨੂੰ ਜਿਹੜੀ ਖਾਸ ਕਰਕੇ ਮੈਂਟਲ ਹੈਲਥ ਹੈ ਉਹਦੇ ਲਈ ਵੀ ਉਨਾ ਹੀ ਅਵੇਅਰ ਨੇ। ਜਿਵੇਂ ਆਪਾਂ ਫਿਜ਼ੀਕਲ ਫਿਟਨੈਸ ਲਈ ਆਪਾਂ ਨੂੰ ਹੁੰਦਾ ਵੀ ਸਵੇਰੇ ਸੈਰ ਕਰੀਏ ਜਾਂ ਇਸ ਤਰ੍ਹਾਂ ਕਰੀਏ, ਉਸ ਤਰ੍ਹਾਂ ਮੈਂਟਲ ਹੈਲਥ ਲਈ ਵੀ ਆਪਾਂ ਨੂੰ ਇੱਕ ਧਿਆਨ ਦੇਣਾ ਪੈਣਾ। ਅਤੇ ਆਪਾਂ ਨੂੰ ਇੱਕ ਫਿਜ਼ੀਕਲ ਫਿਟਨੈਸ ਦੇ ਨਾਲ ਆਈ ਥਿੰਕ ਇੱਕ ਮੈਂਟਲ ਫਿਟਨੈਸ ਦਾ ਵੀ ਕੰਸੈਪਟ ਹੋਣਾ ਚਾਹੀਦਾ ਵੀ ਮੈਂ ਮੈਂਟਲੀ ਫਿੱਟ ਹਾਂ ਕਿ ਨਹੀਂ ਫਿੱਟ ਹਾਂ। ਬਹੁਤ ਸਾਰੇ ਪੇਸ਼ੈਂਟ ਆਉਂਦੇ ਆ, ਉਹਨਾਂ ਨੂੰ ਨੀਂਦ ਨਹੀਂ ਆਉਂਦੀ, ਫਿਰ ਉਹ ਇੱਧਰ ਉੱਧਰ ਦਵਾਈਆਂ ਖਾਂਦੇ ਰਹਿੰਦੇ ਆ। ਅਤੇ ਈਵਨ ਕਈ ਵਾਰ ਤਾਂ ਨੀਮ ਪਾਗਲਪਨ ਵਾਲੀ ਹਾਲਤ ਦੇ ਵਿੱਚ ਵੀ ਉਹ ਨਿਊਰੋਲੋਜਿਸਟ, ਨਿਊਰੋ ਸਰਜਨ ਜਾਂ ਸਾਈਕੈਟਰਿਸਟ ਕੋਲ ਪਹੁੰਚਦੇ ਹੈ। ਅਤੇ ਈਵਨ ਬਾਕੀ ਬਿਮਾਰੀਆਂ ਵੀ ਜਿਵੇਂ ਸਟ੍ਰੈਸ ਇੰਡਿਊਸਡ ਹਾਈਪਰਟੈਂਸ਼ਨ ਹੋ ਕੇ ਫਿਰ ਸਟ੍ਰੋਕ ਵੀ ਹੋ ਜਾਂਦਾ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਵੀ ਹੋ ਜਾਂਦੀਆਂ। ਤਾਂ ਫਿਜ਼ੀਕਲ ਹੈਲਥ ਦੇ ਨਾਲ ਮੈਂਟਲ ਹੈਲਥ ਲਈ ਵੀ ਤੁਹਾਨੂੰ ਅਵੇਅਰ ਹੋਣਾ ਚਾਹੀਦਾ ਹੈ ਅਤੇ ਉਹਦਾ ਵੀ ਧਿਆਨ ਦੇਣਾ ਚਾਹੀਦਾ ਹੈ। ਦੱਸੋ ਉਹਦੇ ਲਈ ਫਿਰ ਅਸੀਂ ਯੋਗ ਵਗੈਰਾ ਯੋਗਾ, ਮੈਡੀਟੇਸ਼ਨ, ਰਿਲੈਕਸੇਸ਼ਨ ਟੈਕਨੀਕਸ, ਐਂਗਰ ਮੈਨੇਜਮੈਂਟ, ਬਹੁਤ ਸਾਰੀਆਂ ਚੀਜ਼ਾਂ ਨੇ। ਈਵਨ ਅੱਜ ਕੱਲ੍ਹ ਤਾਂ ਤੁਸੀਂ ਇਹਨਾਂ ਚੀਜ਼ਾਂ ਨੂੰ YouTube 'ਤੇ ਵੀ ਸਰਚ ਕਰ ਸਕਦੇ ਹੋ ਜਾਂ ਵੈਸੇ ਵੀ ਹੈ। ਐਕਚੁਅਲੀ ਸਭ ਤੋਂ ਕਿਸੇ ਪ੍ਰੋਬਲਮ ਨੂੰ ਸੋਲਵ ਕਰਨ ਦਾ ਪਹਿਲਾ ਤਰੀਕਾ ਇਹ ਹੁੰਦਾ ਵੀ ਉਹ ਪ੍ਰੋਬਲਮ ਆਇਡੈਂਟੀਫਾਈ ਕਰੀਏ ਆਪਾਂ। ਹਜੇ ਤੱਕ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ, ਲੋਕ ਆਪਣੀ ਕਾਰਡਿਕ ਬਿਮਾਰੀਆਂ ਲਈ ਬਹੁਤ ਅਵੇਅਰ ਹੈਗੇ ਹੈ, ਲੋਕ ਆਪਣੀ ਨੀ ਪ੍ਰੋਬਲਮ ਲਈ ਬਹੁਤ ਅਵੇਅਰ ਹੈ, ਲੇਕਿਨ ਨਿਊਰੋ ਦੀ ਪ੍ਰੋਬਲਮ ਲਈ ਅਜੇ ਤੱਕ ਲੋਕ ਅਵੇਅਰ ਹੀ ਹੈ ਨਹੀਂ। ਸਾਡੇ ਕੋਲ ਬੜੇ ਫਨੀ ਇੰਸੀਡੈਂਟਸ ਆਉਂਦੇ, ਇੱਕ ਬੰਦੇ ਦਾ ਪਾਸਾ ਕਮਜ਼ੋਰ ਹੋਇਆ, ਕਹਿੰਦਾ ਡਾਕਟਰ ਸਾਹਿਬ ਮੈਨੂੰ ਲੱਗਿਆ ਚਲੋ ਠੰਡ ਕਰਕੇ ਹੋ ਗਿਆ, ਆਪਣੇ ਆਪ 4 ਦਿਨਾਂ 'ਚ ਠੀਕ ਹੋ ਜਾਊਗਾ। ਅਤੇ ਫਿਰ ਸਾਡੇ ਕੋਲ ਆਇਆ ਅਤੇ ਮਤਲਬ ਜਿਵੇਂ ਤੁਹਾਨੂੰ ਦੱਸਿਆ ਹੀ ਹੈ ਵੀ ਉਹ ਜਿਹੜਾ ਟੀਕਾ ਅਸੀਂ ਲਾਉਂਦੇ ਹਾਂ ਨਾੜ ਖੋਲ੍ਹਣ ਵਾਲਾ, ਉਹਦਾ ਟਾਈਮ ਨਿਕਲ ਚੁੱਕਿਆ ਸੀਗਾ। ਤਾਂ ਕਿਤੇ ਨਾ ਕਿਤੇ ਜੋ ਨਿਊਰੋ ਦੀਆਂ ਪ੍ਰੋਬਲਮਾਂ ਅਤੇ ਮੈਂਟਲ ਹੈਲਥ ਪ੍ਰੋਬਲਮ ਹੈ, ਇਹਨਾਂ ਲਈ ਅਵੇਅਰਨੈਸ ਨਹੀਂ ਹੈ। ਜੇ ਲੋਕ ਅਵੇਅਰ ਹੋ ਜਾਣਗੇ ਤਾਂ ਆਪਣੇ ਆਪ ਉਹਦਾ ਹੱਲ ਵੀ ਲੱਭ ਲੈਣਗੇ। ਜੋ ਬੇਸਿਕ ਟਾਸਕ ਹੈ ਉਹ ਅਵੇਅਰ ਕਰਨਾ ਹੈ ਉਹਨਾਂ ਨੂੰ। ਦਰਸ਼ਕੋ, ਡਾਕਟਰ ਸਾਹਿਬ ਦਾ ਇੱਕ ਫੇਸਬੁੱਕ 'ਤੇ ਪੇਜ ਵੀ ਹੈਗਾ, ਡਾਕਟਰ ਸਾਹਿਬ ਪੇਜ ਦਾ ਵੀ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ ਔਰ ਤੁਸੀਂ ਉੱਥੇ ਵਿਜ਼ਿਟ ਕਰ ਸਕਦੇ ਹੋ। ਡਾਕਟਰ ਸਾਹਿਬ ਅਵੇਅਰਨੈਸ ਫੈਲਾਉਂਦੇ ਨੇ, ਪਹਿਲਾਂ ਤੋਂ ਇਹਨਾਂ ਦਾ ਮਾਈਂਡ ਹੈਗਾ ਕਾਲਜਾਂ 'ਚ ਜਾ ਕੇ, ਸਕੂਲਾਂ 'ਚ ਜਾ ਕੇ, ਹੋਰ ਹਸਪੀਟਲ ਦੇ ਵਿੱਚ ਵੀ ਸਮੇਂ ਸਿਰ ਡਾਕਟਰ ਸਾਹਿਬ ਕੈਂਪਸ ਵਗੈਰਾ ਔਰਗੇਨਾਈਜ਼ ਕਰਕੇ ਲੋਕਾਂ ਨੂੰ ਅਵੇਅਰਨੈਸ ਜਿਹੜੇ ਹੈਗੇ ਕੈਂਪ ਲਗਾਉਂਦੇ ਰਹਿੰਦੇ ਨੇ, ਉਹਨਾਂ ਨੂੰ ਅਵੇਅਰ ਕਰਦੇ ਰਹਿੰਦੇ ਨੇ। ਡਾਕਟਰ ਸਾਹਿਬ ਕੀ ਪੇਜ ਦਾ ਨਾਮ? ਹਾਂਜੀ, ਡਾਕਟਰ ਵਿਕਰਮਜੀਤ ਸਿੰਘ ਨਿਊਰੋ ਐਂਡ ਸਪਾਈਨ ਸਰਜਨ ਦੇ ਨਾਮ ਨਾਲ ਮੇਰਾ ਪੇਜ ਵੀ ਹੈ। ਅਤੇ ਲਗਭਗ ਜਨਵਰੀ 2017 ਤੋਂ ਹੀ ਅਸੀਂ ਚਲਾ ਰਹੇ ਹਾਂ ਅਤੇ ਹੁਣ ਤਾਂ ਈਵਨ ਮੋਰ ਦੈਨ 25,000 ਫੋਲੋਅਰਸ ਵੀ ਹੈ। ਉੱਥੇ ਅਸੀਂ ਲਗਭਗ ਸਾਰੀਆਂ ਬਿਮਾਰੀਆਂ ਦੇ ਰਿਲੇਟਡ ਹੀ ਵੀਡੀਓਜ਼ ਪਾਈਆਂ ਹੋਈਆਂ ਨੇ। ਬਹੁਤ ਸਾਰੇ ਪੇਸ਼ੈਂਟ ਦੇ ਫੋਨ ਆਉਂਦੇ, ਅਸੀਂ ਉਹਨਾਂ ਨੂੰ ਵੀ ਐਡਵਾਈਸ ਕਰਦੇ ਹਾਂ, ਉੱਥੇ ਵੀ ਵੀਡੀਓਜ਼ ਦੇਖ ਕੇ ਆਪਣੇ ਜੋ ਡਾਊਟ ਹੈ ਉਹ ਕਲੀਅਰ ਕਰ ਸਕਦੇ ਹੈਗੇ। ਥੈਂਕ ਯੂ ਡਾਕਟਰ। ਥੈਂਕ ਯੂ ਜੀ, ਥੈਂਕ ਯੂ।